सतगुरु की किरपा द्वारा ही ये जो समा प्राप्त होया है इसनूं सफला करिए। अज दा जो पावन पवित्र शब्द विचारिया जाना है, जिसका मूल पाठ आप जी ने बहुत ही सत्कारयोग सिंह साहिब ज्ञानी रणजीत सिंह जी हैड ग्रंथी साहिब तिन्हां पासों सरवण किया है। ये पावन शब्द गौड़ी राग दे अंदर जपियो जिन अर्जुन देव गुरु फिर संकट जोन गर्भ ना आयो, ऐसे दीन दयाल सतगुरु शहीदां दे सरताज बाणी के बोहित पंचम पातशाह धन धन साहिब श्री गुरु अर्जन देव महाराज जी दे मुखार बिंद चों उचारण किया होया। धन धन साहिब श्री गुरु ग्रंथ साहिब महाराज जी दे पावन पवित्र अंग 208 उपर सुभायमान है। पावन शब्द अंदर सतगुरु जी की बख्शिश करते ने। सतगुरु की कृपा सदका विचारण का यतन करिए। विचारों तो पहला झुकाओ गुरु चरणों विच सीस। सतगुरां दी बख्शी हुई फतेह नाल सांझ पाओ। सारे आखो जी वाहिगुरू जी का खालसा वाहिगुरू जी की फतेह। धन गुरु अर्जुन देव महाराज जी कृपा करते हैं। गौड़ी महला पंजवा गौड़ी राग है। गुरु नानक देव महाराज पंजवें घर विच पंजवें शरीर विच किरपा करते हैं। जोग जुगत सुन आयो गुरते, मोकाओ सतगुर शब्द बुझायो रहाओ। ये रहाओ दा बंद जो सेंट्रल आइडिया शब्द का केंद्री भाव है। जोग जोग तो भाव जुड़ना, जुगत जुगती, सुन नन्ने नूं सियारीए सुन के आयो। कित्थों सुन के आयो? गुर ते गुरु दे पासों। की सुन के आए? परमात्मा नाल मिलन दी जुगती। जोग जुगत सुन आयो गुर ते गुरु ने कृपा कीती। मोको सतगुर शब्द बुझायो। शब्द दे राही सतगुर ने परमात्मा नाल मिलन दी जुगत दस दिती। सुनिया किथों? गुरु दे पासों। गुरु दे मुखार बिंद चों निकलिया होया बचन जदों कोई प्राणी कन्नां नाल सुनदा है। कच्चो कंचन भयो शब्द गुर श्रवणे सुनियो। ਉਹਦੇ जीवन का म्यार एडा उच्चा हो जाता। और सुनना कहते किनू ने? जेड़ा मन्निया जाए सुन के। कोई अध्यापक अपने विद्यार्थी नूं कहे कि कोई वस्तु मैनू फड़ा, अध्यापक अपने विद्यार्थी नूं ये गल कहंदा। अगर विद्यार्थी इस वाल ध्यान नहीं देंदा, अध्यापक फिर उस गल नूं दोहराउंदा
ਤੈਨੂੰ ਸੁਣਿਆ ਨਹੀਂ, ਮੈਂ ਕਹਿ ਰਿਹਾ ਮੈਨੂੰ ਆਹ ਵਸਤੂ ਫੜਾ। ਜੇ ਉਹ ਫਿਰ ਅਣਗੌਲਿਆਂ ਕਰੇ ਤਾਂ ਫਿਰ ਉਸੇ ਗੱਲ ਨੂੰ ਦੁਹਰਾਉਂਦਿਆਂ ਕਹਿੰਦਾ, ਤੈਨੂੰ ਮੈਂ ਕਿੰਨੀ ਵਾਰ ਕਹਿ ਚੁੱਕਿਆ, ਤੈਨੂੰ ਸੁਣਦਾ ਨਹੀਂ, ਆਹ ਵਸਤੂ ਫੜਾ। ਭਾਵ ਉਹਨਾਂ ਚਿਰ ਇਹ ਸੁਣਿਆ ਨਹੀਂ ਸਮਝਿਆ ਜਾਂਦਾ ਜਿੰਨਾ ਚਿਰ ਉਹ ਅਮਲ ਵਿੱਚ ਨਾ ਲਿਆਂਦਾ ਜਾਏ। ਜਦੋਂ ਸੁਣ ਕੇ ਕੋਈ ਅਮਲ ਵਿੱਚ ਲਿਆਉਂਦਾ ਹੈ ਤਾਂ ਹੀ ਫਿਰ ਕੱਚੋ ਕੰਚਨ ਭਇਓ ਵਾਲੀ ਅਵਸਥਾ ਬਣਦੀ ਹੈ। ਔਰ ਆਪਾਂ ਜਪਜੀ ਸਾਹਿਬ ਜੀ ਦਾ ਰੋਜ਼ ਪਾਠ ਕਰਦੇ ਹਾਂ। ਸੁਣੇ ਦੀਆਂ 4 ਪੌੜੀਆਂ ਨੇ, ਫਿਰ 4 ਪੌੜੀਆਂ ਮੰਨਣ ਦੀਆਂ ਨੇ, ਫਿਰ ਜਾ ਕੇ ਗੱਲ ਬਣਦੀ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹਾਂ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕਿਆ ਕਾਲ, ਨਾਨਕ ਭਗਤਾਂ ਸਦਾ ਵਿਗਾ, ਸੁਣਿਆ ਦੁੱਖ ਪਾਪ ਕਾ ਨਾਸ਼। ਸੁਣਿਆ ਕਦੋਂ ਪ੍ਰਵਾਨ ਹੋਏਗਾ? ਜਦੋਂ ਉਹਨੂੰ ਅਮਲ ਵਿੱਚ ਲਿਆਵਾਂਗੇ, ਜਦੋਂ ਆਪਣਾ ਜੀਵਨ ਉਸੇ ਤਰ੍ਹਾਂ ਢਾਲਾਂਗੇ। ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਉਦੋਂ ਫਿਰ ਅਵਸਥਾ ਬਣਦੀ ਹੈ, ਉਹ ਫਿਰ ਪੰਚ ਪ੍ਰਵਾਨ ਬਣਦਾ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹਾਂ। ਉਹਦੇ ਦਰ ਤੇ ਕਬੂਲ ਪੈ ਜਾਂਦੇ ਨੇ, ਉਹਦੇ ਦਰ ਤੇ ਮਾਣ ਪ੍ਰਾਪਤ ਕਰਦੇ ਨੇ। ਅਸੀਂ ਸੁਣਦੇ ਹਾਂ ਗੁਰਬਾਣੀ, ਆਪ ਪੜ੍ਹਦੇ ਵੀ ਹਾਂ, ਪਰ ਅਮਲ ਵਿੱਚ ਨਹੀਂ ਲਿਆਉਂਦੇ। ਗੁਰਬਾਣੀ ਪੜ੍ਹਦੇ ਵੀ ਹਾਂ, ਕੰਨਾਂ ਨਾਲ ਸੁਣਦੇ ਵੀ ਹਾਂ, ਸਮਾਂ ਵੀ ਦਿੰਦੇ ਹਾਂ, ਪਰ ਅਮਲ ਵਿੱਚ ਨਹੀਂ ਲਿਆਉਂਦੇ। ਇਸੇ ਕਰਕੇ ਭਗਤ ਕਬੀਰ ਸਾਹਿਬ ਕਿਰਪਾ ਕਰਦੇ ਹਨ, ਕਿਆ ਪੜ੍ਹੀਏ ਕਿਆ ਗੁਨੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਿਆ ਪੜ੍ਹੀਏ, ਭਾਵ ਕੀ ਅਰਥ ਹੈ? ਕਿਆ ਪੜ੍ਹੀਏ ਕਿਆ ਸੁਣੀਏ, ਉਹ ਕੀ ਪੜ੍ਹਨ ਦੇ ਅਰਥ, ਉਹ ਗਾਉਣਾ ਕਿਸ ਅਰਥ ਦਾ, ਉਹਦਾ ਸੁਣਨਾ ਕੀ ਅਰਥ ਹੈ? ਜੇ ਅੰਦਰ ਸਹਿਜ, ਅੰਦਰ ਟਿਕਾਅ, ਭਾਵ ਅੰਦਰ ਕੋਈ ਬਦਲਾਵ ਹੀ ਨਹੀਂ। ਕਿਆ ਪੜ੍ਹੀਏ ਕਿਆ ਸੁਣੀਏ, ਕਿਆ ਉਹਦਾ ਪੜ੍ਹਨ ਸੁਣਨ ਦਾ ਕੀ ਲਾਭ ਹੋਇਆ? ਜੋ ਸਹਿਜ ਨਾ ਮਿਲਿਓ ਸੋਈ। ਜੇ ਅੰਦਰ ਟਿਕਾਅ, ਅੰਦਰ ਬਦਲਾਵ ਕੋਈ ਨਹੀਂ, ਅੰਦਰ ਉਸੇ ਤਰ੍ਹਾਂ ਕਲਪ ਰਿਹਾ, ਅੰਦਰ ਉਸੇ ਤਰ੍ਹਾਂ ਤ੍ਰਿਸ਼ਨਾ ਆਪਣਾ ਆਕਾਰ ਵਧਾ ਰਹੀ ਹੈ। ਕਿਆ ਪੜ੍ਹੀਏ ਕਿਆ ਗੁਨੀਏ, ਕਿ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ। ਫਿਰ ਪੜ੍ਹਨ ਨਾਲ ਸੁਣਨ ਨਾਲ ਕੀ ਹੋਣਾ ਜੇ ਅੰਦਰ ਤਬਦੀਲੀ ਕੋਈ ਨਹੀਂ ਹੋਈ? ਫਿਰ ਇਹਦੇ ਵਿੱਚ ਸਮਝੀਏ ਕਸੂਰ ਗੁਰੂ ਦਾ ਨਹੀਂ। ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਬਜਾਈਏ ਫੂਕ। ਸੁਣਦੇ ਹਾਂ ਪਰ ਸੁਣ ਕੇ ਅਮਲ ਵਿੱਚ ਨਹੀਂ ਲਿਆਉਂਦੇ। ਸਤਿਗੁਰੂ ਉਸ ਪ੍ਰਭੂ ਨਾਲ ਮਿਲਣ ਦੀ, ਉਸ ਵਾਹਿਗੁਰੂ ਪ੍ਰਮਾਤਮਾ ਨਾਲ ਮਿਲਣ ਦੀ ਜੁਗਤ ਸਮਝਾਉਂਦੇ ਨੇ। ਅਸੀਂ ਰੋਜ਼ਾਨਾ ਸੋਦਰ ਬਾਣੀ ਦਾ ਪਾਠ ਕਰਦੇ ਹਾਂ। ਮਨੁੱਖ ਦੇ ਜੀਵਨ ਦਾ ਪ੍ਰਯੋਜਨ ਰੋਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਨੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ।
पर असी फिर भी ये सवाल करते हैं कि सानू जिंदगी काहदे वास्ते मिली है, क्यों रब ने जिंदगी दी है। तो समझते भी यही आ भी खाण पीण वास्ते दी है, जग मिठा अगला किन डिठा। पर जदों वो पूछेगा फिर की जवाब देगा। अब पूछे क्या कहा, लैनो नाम अमृत रस नीको, बावर बिकस्यों गह रहा। तेरे जीवन का मकसद की सी, की लैन गया सी ते करके की आया। अब पूछे क्या कहा, जदों उस वेले पूछेगा फिर की जवाब देगा। क्या कहा की कहेगा, लैनो नाम अमृत रस नीको, अमृत का नाम रस विहाजन ਲਈ गया सी। बावर बिकसों गहरा, बावरा बन के पदार्थां नाल ही जुड़िया रहा, पदार्थां नूं ही सुनिया, पदार्थां नूं ही इकट्ठा करदा रहा, पदार्थां बारे ही सोचदा रहा, सुखां बारे ही सोचदा रहा। ते फिर ये जीवन सफला किवें होना सी। जुड़न का अंदर ख्याल ही नहीं आया। गुरु रोज समझाउंदा, गुरु रोज सानू मौका देंदा। अगर तेरी जिंदगी का एक दिन घटिया, कुछ श्वास घटे ने, रहिंदे श्वास ही सफले कर लै। जिहड़ा रहिंदा समा ਉਹਦੀ संभाल कर रहा। जो हथों जा चुकिया वो तो जा ही चुकिया, ਜਿਹੜਾ अगला समा वही संभाल लै। पर साडी हालत ये है, असी ਜਿਹੜਾ बीत चुका है ਜਾਂ ਤਾਂ ਉਹਨੂੰ ਲੈ ਕੇ ਪਛਤਾਵਾ ਕਰਦੇ ਰਹਿੰਦੇ ਹਾਂ, ਜਾਂ ਆਉਣ ਵਾਲੇ ਸਮੇਂ ਦੀ जो फ्यूचर है, आने वाले समय के बारे सोच सोच के अपने आप को बीमार करते रहने हैं। वर्तमान नूं जिउंदे कोई नहीं। जिहड़े वर्तमान असी प्रेजेंट समय के अंदर उहदे बारे सानूं कोई ध्यान नहीं। सानूं यही चिंता लगी रहिंदी है। मैं किसी अखबार विच एक लेख पढ़िया, उहदे विच लिखिया होया सी कोई मुसाफिर बड़ा अमीर सी। वो ट्रेन विच सफ़र करन लगा, उन्हें जिहड़ियां ऐनकां लाइयां सन उहदा फ्रेम भी जिहड़ा सोने का बनिया होया सी, बहुत कीमती सी। हाथ विच उन्हें कीमती घड़ी पाई हुई। ट्रेन विच सफ़र करन लग्या, कहन लगे उन्होंने बड़ा खूबसूरत दृश्य नज़र आया। नदी के उत्तों जदों वो ट्रेन गुजरन लगी तो उन्होंने खूबसूरत दृश्य नज़र आया। वो एकदम बाहर देखन लगा, उहदियां जिहड़ियां ऐनकां सन वो लैके डिग पईयां, वो जा नदी विच डिगियां। आसे पासे वालियां ने रौला पा दिता क्योंकि सारियां दा ध्यान उहदे विच सी। ते उहदी दिख प्रगटावा कर रही सी भी बहुत अमीर है। आले दुआले वालियां ने रौला पा दिता, चैन खिंचो, गड्डी रुकवाओ। उहदियां महंगियां ऐनकां गिर गईयां ने। वो शांत बैठा होया। उन्होंने पुछदे ने भी असीं इन्ना रौला पा रहे हैं, तुहानूं कोई फर्क नहीं पिया? तुहाडियां महंगियां ऐनकां तुसीं उहदे बारे दस रहे सी, मैं ये विदेश तो खरीद के लिआया, वो तुहाडियां नदी विच डिग गईयां ते तुहानूं कोई चिंता नहीं?
ਉਹ ਫਿਰ ਵੀ ਸ਼ਾਂਤ ਬੈਠਾ ਹੋਇਆ। ਉਹ ਥੋੜੇ ਗੁੱਸੇ ਵਿੱਚ ਆਉਂਦੇ ਨੇ, ਵੀ ਅਸੀਂ ਤੇਰੇ ਲਈ ਇੰਨਾ ਪਰੇਸ਼ਾਨ ਹੋ ਰਹੇ ਹਾਂ, ਤੈਨੂੰ ਕੋਈ ਪਰੇਸ਼ਾਨੀ ਨਹੀਂ। ਕਹਿੰਦੇ ਵੀ ਮੈਂ ਕਾਹਦਾ ਪਰੇਸ਼ਾਨ ਹੋਣਾ, ਮੈਂ ਕਿਉਂ ਪਰੇਸ਼ਾਨ ਹੋਵਾਂ? ਜਿਹੜੀ ਚੀਜ਼ ਚਲੀ ਗਈ, ਹੁਣ ਚੈਨ ਖਿੱਚਾਂਗੇ, ਗੱਡੀ ਰੁਕੇਗੀ, ਯਾਤਰੀ ਵੀ ਪਰੇਸ਼ਾਨ ਹੋਣਗੇ, ਮੇਰੇ ਤੋਂ 100 ਸਵਾਲ ਪੁੱਛਣਗੇ ਮਹਿਕਮੇ ਵਾਲੇ, ਪਰ ਉਹ ਤੇ ਮੇਰੀਆਂ ਐਨਕਾਂ ਜਿਹੜੀਆਂ ਨੇ ਉਹ ਤੇ ਨਦੀ ਵਿੱਚ ਚਲੀਆਂ ਗਈਆਂ, ਲੱਭਣ ਤੇ ਵੀ ਨਹੀਂ ਲੱਭਣੀਆਂ, ਤਾਂ ਮੈਂ ਉਹਦੇ ਬਾਰੇ ਸੋਚ ਕੇ ਕਿਉਂ ਪਰੇਸ਼ਾਨ ਹੋਵਾਂ? ਉਹਦੇ ਬਾਰੇ ਸੋਚਾਂ, ਉਹ ਜਿਹੜੀ ਚੀਜ਼ ਚਲੀ ਗਈ ਹੈ। ਹੁਣ ਮੈਂ ਵਾਰ-ਵਾਰ ਕੋਸ਼ਿਸ਼ ਕਰਾਂਗਾ, ਸ਼ੋਰ ਮਚਾਵਾਂਗਾ, ਗੱਡੀ ਰੁਕਵਾਵਾਂਗਾ, ਇਹ ਵਾਪਸ ਤੇ ਆਉਣ ਨਹੀਂ ਲੱਗੀ। ਮੈਂ ਆਪਣੇ ਤਨ ਨੂੰ ਕਿਉਂ ਰੋਗੀ ਕਰਾਂ? ਮੈਂ ਚਿੰਤਾ ਸਹੇੜ ਕੇ, ਵਿਅਰਥ ਇਹਦੇ ਬਾਰੇ ਸੋਚ ਕੇ ਕਿਉਂ ਪਰੇਸ਼ਾਨ ਹੋਵਾਂ? ਸਾਡੀ ਹਾਲਤ ਇਹ ਹੀ ਹੈ, ਜਿਹੜਾ ਸਮਾਂ ਲੰਘ ਚੁੱਕਾ ਹੈ ਉਹਦਾ ਪਛਤਾਵਾ ਲੈ ਕੇ ਬੈਠੇ ਰਹਿੰਦੇ ਹਾਂ। ਵਰਤਮਾਨ ਨੂੰ ਸਮਝਦੇ ਕੋਈ ਨਹੀਂ, ਆਉਣ ਵਾਲੇ ਸਮੇਂ ਦੀ ਚਿੰਤਾ ਵੀ ਲੈ ਕੇ ਬੈਠੇ ਰਹਿੰਦੇ ਹਾਂ। ਕਾਇਆ ਰੋਗੀ ਹੋ ਜਾਂਦੀ ਹੈ, ਚਿੰਤਾ ਵਿੱਚ, ਫਿਕਰ ਵਿੱਚ ਹਮੇਸ਼ਾ ਜ਼ਿੰਦਗੀ ਬਸਰ ਕਰਦੇ ਹਾਂ। ਡਿਪਰੈਸ਼ਨ ਬਣਿਆ ਰਹਿੰਦਾ, ਪਰ ਅਸਲ ਮਕਸਦ ਨੂੰ ਪਹਿਚਾਣਦੇ ਨਹੀਂ ਹੈ। ਇਹ ਜਿਹੜਾ ਵਰਤਮਾਨ ਸਮਾਂ ਜਿਹੜਾ ਲੰਘ ਚੁੱਕਾ ਹੈ ਉਹ ਹੁਣ ਹੱਥ ਨਹੀਂ ਆ ਸਕਦਾ। ਪੌੜੀ ਛੁਟਕੀ ਹੱਥ ਨਾ ਆਵੇ, ਸਮਾਂ ਲੰਘਿਆ ਹੱਥ ਨਹੀਂ ਆਉਣ ਲੱਗਾ। ਹੁਣ ਜਿੱਥੇ ਪਹੁੰਚ ਗਏ ਉਸ ਸਮੇਂ ਨੂੰ ਸੰਭਾਲ ਲਈਏ। ਸਤਿਗੁਰੂ ਨੇ ਮੌਕਾ ਦਿੱਤਾ ਸਾਨੂੰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਜੋਗ ਜੁਗਤ ਜੋ ਕਹਿੰਦੇ ਨੇ ਜੁੜਨਾ, ਜਿਹਦੇ ਤੋਂ ਵਿਛੜ ਕੇ ਇਸ ਜਗਤ ਵਿੱਚ ਆਏ ਆ, ਉਹਦੇ ਨਾਲ ਜੁੜਨ ਦੀ ਜੁਗਤੀ ਸੁਣ ਸੁਣ ਕੇ ਆਇਓ ਆਇਆ ਹਾਂ। ਕਿਹਦੇ ਤੋਂ? ਗੁਰੂ ਦੇ ਪਾਸੋਂ। ਤੇ ਅਸੀਂ ਜਦੋਂ ਘਰ ਕੋਈ ਗੱਲ ਕਰਦੇ ਹਾਂ, ਗੁਰਦੁਆਰੇ ਤੋਂ ਜਾ ਕੇ ਰਸਤੇ ਵਿੱਚ ਵੀ ਗੱਲ ਕਰਦੇ ਹਾਂ, ਕਦੇ ਨਹੀਂ ਕਿਹਾ ਵੀ ਗੁਰੂ ਨੇ ਕੀ ਕਿਹਾ, ਨਾ ਕਿਸੇ ਨੇ ਪੁੱਛਿਆ ਵੀ ਗੁਰੂ ਨੇ ਅੱਜ ਕੀ ਉਪਦੇਸ਼ ਦਿੱਤਾ, ਤੇ ਨਾ ਹੀ ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ। ਬਸ ਇਹ ਦੱਸਦੇ ਆ ਵੀ ਕਿੰਨੀ ਵਾਰ ਮੈਂ ਉੱਥੇ ਗਿਆ ਔਰ ਲੰਗਰ ਵਿੱਚ ਕੀ ਕੁਝ ਬਣਿਆ ਸੀ ਸਭ ਯਾਦ, ਕਿੰਨੇ ਪ੍ਰਸ਼ਾਦੇ ਮੈਂ ਛਕੇ, ਕੀ ਕੀ ਉੱਥੇ ਬਣਿਆ ਹੋਇਆ ਸੀ, ਉਹ ਸਭ ਯਾਦ ਰਹਿੰਦਾ। ਪਰ ਗੁਰੂ ਦਾ ਉਪਦੇਸ਼ ਯਾਦ ਨਹੀਂ ਹੁੰਦਾ। ਗੁਰੂ ਨੇ ਕੀ ਉਪਦੇਸ਼ ਦਿੱਤਾ ਹੈ, ਗੁਰੂ ਨੇ ਕੀ ਸਿੱਖਿਆ ਦਿੱਤੀ ਹੈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਸੁਣਦਾ ਹੀ ਜਾਏ ਤਾਂ ਹੀਰੇ ਮੋਤੀ ਜਵਾਹਰਾਤ ਤੋਂ ਵੀ ਕੀਮਤੀ ਤੇਰੀ ਵਿਚਾਰਧਾਰਾ ਹੋ ਜਾਏਗੀ, ਕਿਉਂਕਿ ਮਤ ਉੱਚੀ ਹੋ ਗਈ ਤੇ ਕਰਮ ਵੀ ਤੇਰੇ ਉੱਤਮ ਹੋਣਗੇ। ਇਸੇ ਕਰਕੇ ਰੋਜ਼ ਅਰਦਾਸ ਕਰਦੇ ਹਾਂ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਤ ਉੱਚੀ ਹੀਰੇ ਜਵਾਹਰਾਤ ਦੇ ਨਿਆਈ ਹੋ ਜਾਏਗੀ ਜੇ ਗੁਰੂ ਦੀ ਸਿੱਖਿਆ ਸੁਣ ਲਈਏ। ਅਸੀਂ ਬ੍ਰੇਨ ਨੂੰ ਤੇਜ਼ ਕਰਨ ਲਈ ਤੇ ਬੜੇ ਟੌਨਿਕ ਇਸਤੇਮਾਲ ਕਰਦੇ ਹਾਂ, ਬੜੀਆਂ ਚੀਜ਼ਾਂ ਵਰਤਦੇ ਹਾਂ, ਸਾਡਾ ਦਿਮਾਗ ਤੇਜ਼ ਹੋ ਜਾਏ, ਦਿਮਾਗ ਤੇਜ਼ ਹੋ ਜਾਏ। ਮਤ ਨੂੰ ਉੱਤਮ ਕਰਨ ਦਾ ਯਤਨ ਹੀ ਨਹੀਂ ਕਰਦੇ। ਮਤ ਨੂੰ ਉੱਤਮ ਕਰਨ ਦਾ ਇੱਕੋ ਹੀ ਟੌਨਿਕ ਹੈ, ਉਹ ਹੈ ਗੁਰੂ ਦੀ ਸਿੱਖਿਆ, ਗੁਰੂ ਦੀ ਬਾਣੀ। ਜਿਨ੍ਹੇ ਸੁਣ ਲਈ ਉਹਦਾ ਜੀਵਨ ਉੱਤਮ ਹੋ ਜਾਂਦਾ, ਉਹਦਾ ਇਹ ਜੀਵਨ ਸਫਲ ਹੋ ਜਾਂਦਾ, ਉਹਦਾ ਜੀਵਨ ਕਬੂਲ ਪੈ ਜਾਂਦਾ ਹੈ। ਦਰਗਾਹ ਭਾਵੇਂ ਮਾਣ, ਉਹ ਦਰਗਾਹ ਵਿੱਚ ਮਾਣ ਪ੍ਰਾਪਤ ਕਰਦੇ ਨੇ। ਮੋਹ ਕੋ ਸਤਿਗੁਰ ਸ਼ਬਦ ਬੁਝਾਇਓ। ਸ਼ਬਦ ਦੇ ਰਾਹੀਂ ਸਤਿਗੁਰ ਨੇ ਮੈਨੂੰ ਪਰਮਾਤਮਾ ਨਾਲ ਜੁੜਨ ਦੀ ਜੁਗਤ ਦੱਸ ਦਿੱਤੀ। ਹੁਣ ਇਸ ਸ਼ਬਦ ਰਾਹੀਂ ਮੈਂ ਹੁਣ ਕਮਾਈ ਕਰਨੀ ਹੈ ਉਹ ਸ਼ਬਦ ਦੀ। ਇਹ ਮਨ ਵਿੱਚ ਧਾਰ ਲੈਣਾ ਚਾਹੀਦਾ। ਗੁਰੂ ਨੇ ਸ਼ਬਦ, ਗੁਰੂ ਨੇ ਸਿੱਖਿਆ ਦਿੱਤੀ ਹੈ, ਗੁਰੂ ਨੇ ਉਪਦੇਸ਼ ਦੇ ਦਿੱਤਾ ਹੈ, ਮੈਂ ਉਹਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆ ਕੇ ਆਪਣੇ ਇਸ ਜੀਵਨ ਨੂੰ ਉੱਤਮ ਬਣਾਉਣਾ, ਤਾਂ ਕਿ ਉਹਦੇ ਦਰ ਤੇ ਕਬੂਲ ਪੈ ਸਕਾਂ, ਉਹਦੇ ਦਰ ਤੇ ਪ੍ਰਵਾਨ ਹੋ ਸਕਾਂ।
ਰੋਜ਼ ਆਨੰਦ ਸਾਹਿਬ ਦਾ ਬਾਣੀ ਦਾ ਪਾਠ ਕਰਦੇ ਹਾਂ ਅਸੀਂ, ਹਮੇਸ਼ਾ ਦੂਸਰੇ ਵੱਲ ਵੇਖ ਕੇ ਗੱਲ ਕਹਿੰਦੇ ਹਾਂ ਵੀ ਮੈਂ ਸਾਨੂੰ ਤੇ ਇਹ ਗੱਲ ਕਹੀ ਨਹੀਂ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸ਼ਰੀਰਾ ਜਾਂ ਤੂੰ ਜਗ ਮੈਂ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ। ਉਹਨੂੰ ਮਨ ਵਿੱਚ ਥਾਂ ਹੀ ਨਹੀਂ ਦਿੱਤੀ, ਆਪਣੇ ਆਪ ਦੀ ਸਵੈ ਪੜਚੋਲ ਕਦੇ ਕੀਤੀ ਨਹੀਂ। ਸਤਿਗੁਰੂ ਅੱਗੇ ਕਿਰਪਾ ਕਰਦੇ ਨੇ, ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨਿਮਖ ਨਿਮਖ ਨਮਸਕਾਰਾ। ਮੈਂ ਉਸ ਪਰਮਾਤਮਾ ਨੂੰ ਵਾਰ-ਵਾਰ ਨਮਸਕਾਰਾਂ ਕਰਦਾ, ਸੀਸ ਝੁਕਾਉਣਾ, ਜਿਸ ਨੇ ਨੌ ਖੰਡ ਪ੍ਰਿਥਵੀ, ਇਹ ਸਾਰੀ ਪ੍ਰਿਥਵੀ ਇਸ ਤਨ ਮੈਂ ਰਵਿਆ, ਕਿਉਂਕਿ ਜੋਗੀਆਂ ਦਾ ਮਤ ਹੈ ਕਿ ਸਾਰੀ ਧਰਤੀ ਦਾ ਭ੍ਰਮਣ ਕਰਨਾ ਚਾਹੀਦਾ, ਤਾਂ ਅਸੀਂ ਕਬੂਲ ਪਾਵਾਂਗੇ, ਤਾਂ ਪ੍ਰਮਾਤਮਾ ਸਾਡੇ ਤੇ ਪ੍ਰਸੰਨ ਹੋਏਗਾ। ਸਤਿਗੁਰੂ ਕਹਿੰਦੇ ਉਹ ਸਭ ਕੁਝ ਆਪਣੇ ਤਨ ਦਾ ਭ੍ਰਮਣ ਕਰੀਏ, ਆਪਣੇ ਆਪ ਦੀ ਖੋਜ ਕਰੀਏ, ਆਪਣੇ ਤਨ ਦੀ ਪੜਚੋਲ ਕਰੀਏ, ਜੋ ਬ੍ਰਹਮੰਡੇ ਸੋਈ ਪਿੰਡੇ, ਇਸ ਨੂੰ ਸਮਝ ਲਈਏ ਤਾਂ ਸਮਝ ਲਈ। ਜਿਸ ਤਰ੍ਹਾਂ ਜੋਗੀ ਮਤ ਵਾਲੇ ਇਹ ਮੰਨਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਭ੍ਰਮਣ ਕਰਨਾ ਚਾਹੀਦਾ, ਅਗਰ ਤੂੰ ਆਪਣੀ ਸਵੈ ਪੜਚੋਲ ਕਰ ਲਈ, ਤੇਰੇ ਅੰਦਰ ਹੀ ਉਹ ਬੈਠਾ ਹੋਇਆ, ਉਹਨੂੰ ਅੰਦਰੋਂ ਲੱਭ ਲਏਗਾ, ਤੇਰਾ ਜੀਵਨ ਕਬੂਲ ਪੈ ਜਾਏਗਾ। ਅਗਰ ਆਪਣੇ ਆਪੇ ਦੀ ਪੜਚੋਲ ਕਰੇਗਾ, ਸਮਝ ਲਈ ਨੌ ਖੰਡ ਪ੍ਰਿਥਵੀ ਜਿਹੜੀ ਹੈ ਸਾਰੀ ਤੂੰ ਭੌਂ ਲਈ ਹੈ, ਸਾਰੀ ਫਿਰ ਲਈ ਹੈ, ਸਾਰਿਆਂ ਦਾ ਚੱਕਰ ਲਾ ਲਿਆ ਤੂੰ। ਜੋਗ ਮਤ ਦੇ ਅੰਦਰ ਇਹ ਵਿਚਾਰ ਰਹੀ, ਉਪਨਿਸ਼ਦਾਂ ਨੇ ਤੇ ਇਹ ਗੱਲ ਮੰਨੀ ਹੈ ਕਿ ਆਤਮਾ ਅਤੇ ਪਰਮ ਆਤਮਾ ਇਹ ਵਿਛੜੇ ਹੋਏ ਨੇ, ਇਹਨਾਂ ਨੂੰ ਮਿਲਾਉਣਾ ਹੈ। ਪਤੰਜਲ ਇਸ ਗੱਲ ਨੂੰ ਨਹੀਂ ਮੰਨਦਾ, ਉਹ ਕਹਿੰਦੇ ਨੇ ਕਿ ਜਿਹੜਾ ਪੁਰਸ਼ ਹੈ, ਪੁਰਸ਼ ਆਤਮਾ ਜਿਹੜੀ ਮਾਇਆ ਹੈ, ਉਹਦੇ ਤੋਂ ਇਸ ਨੂੰ ਨਿਖੇੜਨਾ ਹੈ, ਆਤਮਾ ਨੂੰ, ਜਿਹਨੂੰ ਵਿਜੋਗ ਦਾ ਨਾਮ ਦਿੰਦੇ ਨੇ। ਪ੍ਰਕਿਰਤੀ ਅਤੇ ਆਤਮਾ ਪੁਰਸ਼ ਦੋਨਾਂ ਨੂੰ ਵਿਛੋੜਨਾ ਹੈ, ਇਹੀ ਜੀਵਨ ਦਾ ਪ੍ਰਯੋਜਨ ਹੈ। ਗੁਰੂ ਦੀ ਮੱਤ ਦੱਸਦੀ ਹੈ ਨਹੀਂ, ਇਸ ਆਤਮਾ ਨੂੰ ਪਰਮ ਆਤਮਾ ਵਿੱਚ ਲੀਨ ਕਰਨਾ ਤੇਰਾ ਮਕਸਦ ਹੈ, ਜਿਹਦੇ ਤੋਂ ਵਿਛੜ ਗਿਆ ਉਹਦੇ ਵਿੱਚ ਆਪਣੇ ਆਪ ਨੂੰ ਲੀਨ ਕਰਨਾ ਹੈ। ਔਰ ਇਹਨਾਂ ਦੇ ਜੋਗੀਆਂ ਦੇ 12 ਪੰਥ ਹਨ, ਇਹਨਾਂ ਵਿੱਚੋਂ ਸਰਵਸ਼੍ਰੇਸ਼ਟ ਆਈ ਪੰਥ ਮੰਨਿਆ ਜਾਂਦਾ, ਜਿਹਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਵੀ 28ਵੀਂ ਪੌੜੀ ਵਿੱਚ ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ, ਮੁੰਦਾ ਸੰਤੋਖ ਸ਼ਰਮ ਪਚ ਝੋਲੀ, ਧਿਆਨ ਕੀ ਕਰੈ ਵਿਭੂਤ। ਜਿਹੜੀਆਂ ਕੰਨਾਂ ਵਿੱਚ ਉਹ ਕੰਨ ਪਾੜ ਕੇ ਮੁੰਦਰਾਂ ਪਾਉਂਦੇ ਨੇ, ਕਿਉਂਕਿ ਗੋਰਖਨਾਥ ਦਾ ਮਤ ਇਹ ਹੈ, ਕੰਨ ਪਟੇ ਜੋਗੀ ਜਿਨ੍ਹਾਂ ਦੀ ਸ਼ੁਰੂਆਤ ਗੋਰਖਨਾਥ ਨੇ ਕੀਤੀ, ਇਹ ਮਛੰਦਰਨਾਥ ਦਾ ਚੇਲਾ ਸੀ, ਔਰ ਆਦਨਾਥ ਜੋ ਨੇਪਾਲ ਤੋਂ ਆਇਆ ਸੀ, ਮਛੰਦਰਨਾਥ ਉਹਦਾ ਚੇਲਾ ਸੀ। ਇਹਨਾਂ ਇਹ ਮਤ ਆਰੰਭ ਕੀਤਾ ਸੀ। ਮਛੰਦਰਨਾਥ ਤੋਂ ਜ਼ਿਆਦਾ ਪ੍ਰਸਿੱਧੀ ਹੋਈ ਗੋਰਖਨਾਥ ਦੀ। ਇਹਦੀ ਵਿਚਾਰ ਸੀ ਕਿ ਕੰਨਾਂ ਵਿੱਚ ਮੁੰਦਰਾਂ ਪਾ ਲਈਆਂ ਜਾਣ, ਤਨ ਤੇ ਫਟੀ ਪ੍ਰਾਣੀ ਗੋਦੜੀ ਪਾਈ ਜਾਏ, ਹੱਥ ਵਿੱਚ ਡੰਡਾ, ਖੱਪਰ ਤੇ ਸਿੰਗੀ ਹੋਵੇ, ਤੇ ਜਗਤ ਦਾ ਭ੍ਰਮਣ ਕਰੀਏ। ਘਰ ਬਾਰ ਨਹੀਂ ਹੋਣਾ ਚਾਹੀਦਾ,
ਉਹਨਾਂ ਦੀ ਇਹ ਵਿਚਾਰ ਸੀ। ਗੁਰੂ ਸਾਹਿਬ ਸਮਝਾਉਂਦੇ ਨੇ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਪੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਕੁਆਰੀ ਕਾਇਆ, ਵਿਕਾਰਾਂ ਤੋਂ ਰਹਿਤ ਇਹ ਕਾਇਆ, ਜਿਹਦੇ ਉੱਤੇ ਵਿਕਾਰਾਂ ਦਾ ਪ੍ਰਭਾਵ ਨਾ ਪਿਆ ਹੋਏ, ਵਿਕਾਰਾਂ ਤੋਂ ਆਪਣੀ ਕਾਇਆ ਨੂੰ ਬਚਾ ਕੇ ਰੱਖਿਆ। ਖਿੰਥਾ ਮੌਤ ਕਾਲ ਨੂੰ, ਆਪਣੀ ਮੌਤ ਨੂੰ ਖਿੰਥਾ ਬਣਾਇਆ ਹੋਵੇ ਕਾਲ ਨੂੰ, ਔਰ ਆਪਣੀ ਕਾਇਆ ਨੂੰ ਵਿਕਾਰਾਂ ਤੋਂ ਕੁਆਰੀ ਰੱਖਿਆ ਹੋਵੇ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇਹ ਜੁਗਤੀ ਜਿਹੜੀ ਇਹ ਵਿਚਾਰ ਹੈ ਜੋਗ ਮਤ ਦੀ, ਇਸੇ ਤਰ੍ਹਾਂ ਅਸੀਂ ਆਪਣੀ ਕਾਇਆ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ, ਔਰ ਵਿਸ਼ਵਾਸ ਪ੍ਰੀਤ ਦਾ ਡੰਡਾ, ਪ੍ਰਤੀਤੀ ਦਾ ਡੰਡਾ ਆਪਣੇ ਹੱਥ ਵਿੱਚ ਰੱਖਣਾ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਜਿਹੜਾ ਸਾਰੇ ਜਮਾਤ ਦੇ ਲੋਕਾਂ ਨੂੰ ਆਪਣਾ, ਸਭ ਲੋਕਾਂ ਨੂੰ ਬਰਾਬਰ ਸਮਝਦਾ ਹੋਵੇ, ਆਪਣਾ ਜਾਣਦਾ ਹੋਵੇ, ਉਹੀ ਸਮਝੋ ਆਈ ਪੰਥ ਵਾਲਾ ਹੈ, ਸਰਵ ਸ੍ਰੇਸ਼ਟ ਪੰਥ ਵਾਲਾ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਉਹ ਸਾਰੇ ਜਗਤ ਨੂੰ ਜਿੱਤ ਲੈਂਦਾ। ਇਸ ਲਈ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਉਹਦੇ ਦਰ ਤੇ ਕਬੂਲ ਪੈਣਾ ਹੈ ਤੇ ਆ ਭੇਸ ਧਾਰਨ ਕਰਨਾ ਪਏਗਾ। ਨਹੀਂ ਤੇ ਜਿਹੜੇ ਜੋਗੀ ਅਸੀਂ ਵੇਖਦੇ ਹਾਂ, ਤੈਂ ਜੋਗੀ ਜੁਗਤ ਨਾ ਜਾਣੋ, ਉਹ ਜੋਗੀ ਜੁਗਤ ਜਾਣਦੇ ਹੀ ਨਹੀਂ ਪਰਮਾਤਮਾ ਨਾਲ ਮਿਲਣ ਦੀ। ਜਿਹੜੇ ਅੱਜ ਕੱਲ੍ਹ ਨਜ਼ਰੀ ਪੈਂਦੇ ਨੇ ਨਾ, ਵੇਖੋ ਹਰਿਦੁਆਰ ਦੇ ਪੁਲ ਭਰੇ ਪਏ ਨੇ ਐਸੇ ਜੋਗੀਆਂ, ਨਕਲੀ ਜਟਾਵਾਂ ਬੰਨ, ਤਨ ਉੱਤੇ ਸੁਆਹ ਮਲ ਕੇ, ਭਗਵੇਂ ਕੱਪੜੇ ਪਾ ਕੇ, ਕੁਝ ਮਾਲਾਵਾਂ ਆਪਣੇ ਗਲ ਵਿੱਚ ਪਾ ਕੇ ਤੁਰੇ ਫਿਰਦੇ ਨੇ। ਨਸ਼ੇ ਕਰ ਕਰਕੇ ਅੱਖਾਂ ਲਾਲ ਹੋਈਆਂ ਹੁੰਦੀਆਂ ਨੇ। ਉਹਨਾਂ ਦੀ ਜਿਹੜੀ ਝੋਲੀ ਹੈ, ਉਸ ਝੋਲੀ ਵਿੱਚੋਂ ਕੀ ਨਿਕਲਦਾ? ਨਸ਼ਾ ਹੀ ਨਿਕਲਦਾ। ਕਿਸੇ ਦੀ ਝੋਲੀ ਵਿੱਚੋਂ ਤੰਬਾਕੂ ਨਿਕਲਦਾ ਹੈ, ਕਿਸੇ ਦੀ ਝੋਲੀ ਵਿੱਚੋਂ ਸ਼ਰਾਬ ਨਿਕਲਦੀ ਹੈ। ਉਹ ਜੋਗੀ ਨਹੀਂ। ਉਹਦੇ ਨਾਂ ਤੇ ਪਹਿਰਾਵਾ ਪਾ ਕੇ ਔਰ ਅੰਧ ਵਿਸ਼ਵਾਸੀ ਲੋਕਾਂ ਨੂੰ ਵੀ ਠੱਗ ਰਹੇ ਹੁੰਦੇ ਨੇ, ਜਿਹੜੇ ਉਹਨਾਂ ਵਿੱਚ ਭਰੋਸਾ ਕਰਦੇ ਨੇ। ਅਸਲ ਵਿੱਚ ਮੁੰਦਰਾਂ ਕਿਹੜੀਆਂ ਨੇ? ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਦੇ ਅੰਦਰ ਅਸ਼ਟਪਦੀਆਂ ਰੂਪ ਵਿੱਚ ਜੋ ਬਚਨ ਸਾਡੀ ਝੋਲੀ ਵਿੱਚ ਪਾਏ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਨੇ। ਸ਼ਰਮ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਪਰਮਾਤਮਾ ਨਾਲ ਮਿਲਣ ਦੀ ਮਿਹਨਤ, ਪਰਮਾਤਮਾ ਵਿੱਚ ਆਪਣੇ ਆਪ ਨੂੰ ਅਭੇਦ ਕਰਨ ਦੀ ਮਿਹਨਤ, ਉਸ ਮਿਹਨਤ ਨੂੰ ਮੁੰਦਰਾਂ ਬਣਾ। ਸ਼ਰਮ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ, ਦਇਆ ਰੂਪੀ ਖਿੰਥਾ ਪਾ। ਤੇ ਜਦੋਂ ਐਸੀ ਕਿੰਗਰੀ ਵਜਾਏ ਜੋਗੀ, ਕਿੰਗਰੀ ਬੀਣਾ, ਕਹਿਣ ਲੱਗੇ ਐਸੀ ਬੀਣਾ ਵਜਾ ਜਿਤ ਕਿੰਗਰੀ ਅਨਹਦ ਵਾਜੈ, ਹਰ ਸਿਉ ਰਹਿ ਲਿਵ ਲਾਏ ਰਹਾਓ। ਕਹਿਣ ਲੱਗੇ ਐਸੀ ਬੀਣਾ ਵਜਾ, ਐਸੀ ਬੀਣਾ ਵਜਾ ਜਿਸ ਬੀਣਾ ਰਾਹੀਂ ਜਿਹੜੀ ਲਿਵ ਹੈ ਪਰਮਾਤਮਾ ਨਾਲ ਜੁੜ ਜਾਏ। ਕਿਉਂਕਿ ਲਿਵ ਹੀ ਤਾਂ ਟੁੱਟੀ ਹੋਈ ਹੈ ਉਹਦੇ ਤੋਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਤਾਂ ਕਿ ਲਿਵ ਉਹਦੇ ਨਾਲ ਜੁੜ ਸਕੇ। ਸਤ ਸੰਤੋਖ ਪਤ ਕਰ ਝੋਲੀ, ਆਪਣੀ ਸੇਵਾ, ਆਪਣੇ ਸਤ ਨੂੰ, ਆਪਣੀ ਸੇਵਾ ਨੂੰ, ਆਪਣੇ ਸੰਤੋਖ ਨੂੰ ਖੱਪਰ ਤੇ ਝੋਲੀ ਬਣਾ।
ਸਤ ਸੰਤੋਖ ਪਤ ਕਰ ਝੋਲੀ ਜੋਗੀ, ਅੰਮ੍ਰਿਤ ਨਾਮ ਬਭੂਤ ਪਾਈ। ਆਤਮਿਕ ਜੀਵਨ ਦੇਣ ਵਾਲੇ ਨਾਮ ਨੂੰ ਆਪਣਾ ਚੂਰਮਾ ਬਣਾ, ਆਪਣੀ ਖੁਰਾਕ ਬਣਾ। ਇਹ ਤੈਨੂੰ ਕਿੱਥੋਂ ਪ੍ਰਾਪਤ ਹੋਏ? ਗੁਰੂ ਦੇ ਪਾਸੋਂ। ਧਿਆਨ ਕਾ ਕਰ ਡੰਡਾ ਜੋਗੀ, ਸਿੰਘੀ ਸੁਰਤ ਵਜਾਈ। ਆਪਣੇ ਧਿਆਨ ਨੂੰ ਡੰਡਾ ਬਣਾ, ਪਰਮਾਤਮਾ ਵਿੱਚ ਸੁਰਤ ਜੋੜਨ ਨੂੰ ਸਿੰਘੀ ਬਣਾ। ਤੇ ਜਿਹੜਾ ਤੂੰ ਆਸਣ ਜੋਗੀਆਂ ਵਾਲਾ, ਕਿਉਂਕਿ ਜੋਗੀ ਮੰਨਦੇ ਨੇ ਪਰਮਾਤਮਾ ਨੂੰ ਕੇਵਲ ਤੇ ਕੇਵਲ ਉਹ ਧਿਆਨ ਲਾਉਣ ਦਾ ਸਾਧਨ ਮੰਨਦੇ ਨੇ, ਪਰਮਾਤਮਾ ਨੂੰ ਸਿਰਜਣਹਾਰ ਨਹੀਂ ਮੰਨਦੇ। ਉਹ ਕਿ ਕੇਵਲ ਇੱਕ ਧਿਆਨ ਲਾਉਣ ਦਾ ਸਾਧਨ ਹੈ, ਪਰਮਾਤਮਾ ਉਹ ਸਿਰਜਣਹਾਰ ਪਾਲਣਹਾਰ ਨਹੀਂ ਹੈ। ਤੇ ਗੁਰੂ ਸਾਹਿਬ ਨੇ ਸਮਝਾਇਆ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਉਹ ਹੈ, ਰਿਜ਼ਕ ਦੇਣ ਵਾਲਾ ਉਹ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ। ਸਤਿਗੁਰੂ ਨੇ ਸਮਝਾਇਆ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਉਹ ਹੈ, ਰਿਜ਼ਕ ਦੇਣ ਵਾਲਾ ਉਹ ਹੈ, ਪਾਲਣ ਵਾਲਾ ਉਹ ਪਰਮਾਤਮਾ ਹੈ। ਤੇ ਜੇ ਉਹਦੇ ਵਿੱਚ ਜੁੜਨਾ ਹੈ ਤੇ ਆਸਣ ਕਾਹਦਾ ਬਣਾ? ਆਪਣੇ ਮਨ ਦੇ ਟਿਕਾ ਦਾ ਆਸਣ ਬਣਾ। ਮਨ ਦ੍ਰਿੜ ਕਰ ਆਸਣ ਬੈਸ ਜੋਗੀ। ਆਪਣੇ ਮਨ ਨੂੰ ਟਿਕਾ ਕੇ ਉਹਦਾ ਆਸਣ ਬਣਾ, ਉਹਨੂੰ ਸਥਿਰ ਕਰ ਸ਼ਬਦ ਦੇ ਰਾਹੀਂ। ਆਪਣੇ ਮਨ ਦੇ ਟਿਕਾ ਨੂੰ ਆਸਣ ਬਣਾ, ਤਾਂ ਜਿਹੜੀ ਤੇਰੇ ਅੰਦਰ, ਕਿਉਂਕਿ ਕਈ ਲੋਕ ਮੌਨ ਧਾਰ ਕੇ ਬੈਠ ਜਾਂਦੇ ਨੇ, ਬੋਲਿਆ ਨਾ ਹੋਏ ਬੈਠਾ ਮੋਨੀ, ਅੰਤਰ ਕਲਪ ਭੁਆਈਆਂ ਜੋਨੀ। ਅੰਦਰ ਕਲਪਨਾ ਤੇ ਚੱਲਦੀ ਰਹਿੰਦੀ ਹੈ ਨਾ, ਅੰਦਰ ਤੇ ਵਿਚਾਰ ਚੱਲਦੀ ਰਹਿੰਦੀ ਹੈ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਜਦੋਂ ਇਸ ਤਰ੍ਹਾਂ ਮਨ ਦੇ ਟਿਕਾ ਨੂੰ ਤੂੰ ਆਸਣ ਬਣਾ ਕੇ ਬੈਠੇਗਾ ਤਾਂ ਤੇਰੀ ਕਲਪਨਾ ਜਾਈ, ਤੇਰੇ ਅੰਦਰ ਦੀ ਕਲਪਨਾ ਤਾਂ ਮੁੱਕਣੀ ਹੈ, ਤਾਂ ਮੁੱਕਣੀ ਹੈ। ਫਿਰ ਤੂੰ ਘਰ ਘਰ ਜਿਹੜਾ ਜੋਗੀ ਬਣ ਕੇ ਮੰਗਦਾ ਫਿਰਦਾ ਹੈ, ਆਪਣੇ ਤਨ ਦੇ ਅੰਦਰ 9 ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ। ਆਪਣੇ ਸਰੀਰ ਦੇ ਅੰਦਰ ਹੀ ਆਪਣੀ ਇਹ ਪੱਤ ਤੇ ਝੋਲੀ ਲੈ ਕੇ ਸਤ ਤੇ ਸੰਤੋਖ ਵਾਲੀ, ਆਪਣੇ ਸਰੀਰ ਦੇ ਅੰਦਰ ਹੀ ਮੰਗ ਕਰ ਗੁਰੂ ਦੇ ਪਾਸੋਂ। ਕਾਇਆ ਨਗਰੀ ਮੈਂ ਮੰਗਣ ਚੜ੍ਹੇ ਹੈ ਜੋਗੀ। ਆਪਣੀ ਕਾਇਆ ਦੇ ਅੰਦਰ ਇਹ ਜੋਗੀ, ਜਦੋਂ ਤੂੰ ਉਸ ਪਰਮਾਤਮਾ ਪਾਸੋਂ ਨਾਮ ਦੀ ਮੰਗ ਕਰੇਗਾ, ਉਹ ਰਹਿਮਤ ਕਰੇਗਾ, ਕਿਰਪਾ ਕਰੇਗਾ, ਤਾਂ ਨਾਮ ਪੱਲੇ ਪਾਈ, ਤੇਰੇ ਪੱਲੇ ਵਿੱਚ ਨਾਮ ਦੀ ਦਾਤ ਪਾ ਦੇਗਾ। ਨਾਮ ਦੀ ਦਾਤ ਜਿਹੜੀ ਸਿੰਗੀ ਵਜਾ ਕੇ ਤੂੰ ਉਹਨੂੰ ਪ੍ਰਸੰਨ ਕਰਨਾ ਚਾਹੁੰਦਾ ਨਾ, ਇਸ ਕਿੰਗਰੀ ਦੇ ਨਾਲ ਉਹ ਨਹੀਂ ਮਿਲਣ ਵਾਲਾ। ਇਤ ਕਿੰਗਰੀ ਧਿਆਨ ਨਾ ਲੱਗਾ ਜੋਗੀ। ਤੂੰ ਸੋਚਦਾ ਕਿੰਗਰੀ ਵਜਾਵਾਂਗਾ ਧਿਆਨ ਟਿਕ ਜਾਏਗਾ, ਕਹਿਣ ਲੱਗੇ ਨਹੀਂ। ਇਤ ਕਿੰਗਰੀ ਧਿਆਨ ਨਾ ਲੱਗਾ ਜੋਗੀ, ਧਿਆਨ ਨਹੀਂ ਲੱਗਦਾ। ਨਾ ਸੱਚ ਪੱਲੇ ਪਾਈ, ਨਾ ਤੇਰੇ ਪੱਲੇ ਸਮਝ ਪੈਣੀ ਹੈ। ਇਸ ਦੇ ਨਾਲ ਧਿਆਨ ਨਹੀਂ ਟਿਕਿਆ, ਨਾ ਤੇਰੇ ਪੱਲੇ ਸੱਚ ਪੈਣ ਵਾਲਾ। ਇਤ ਕਿੰਗਰੀ ਸ਼ਾਂਤ ਨਾ ਆਵੇ ਜੋਗੀ। ਇਹ ਕਿੰਗਰੀ ਵਜਾਇਆ ਵੀ ਤੇਰਾ ਮਨ ਸ਼ਾਂਤ ਨਹੀਂ ਹੁੰਦਾ। ਅਭਿਮਾਨ ਨਾ ਵਿੱਚੋਂ ਜਾਈ, ਆਪਣਾ ਅਹੰਕਾਰ ਤੇ ਜਾਂਦਾ ਹੀ ਨਹੀਂ, ਆਪਣੰਤ ਫਿਰ ਵੀ ਨਹੀਂ ਜਾਂਦੀ। ਮੈਂ ਘਰ ਬਾਰ ਛੱਡ ਕੇ ਆਇਆ, ਮੈਂ ਸਭ ਕੁਝ ਛੱਡ ਕੇ ਸੰਨਿਆਸੀ ਬਣ ਗਿਆ, ਜੋਗੀ ਬਣ ਗਿਆ, ਮੈਂ ਤਿਆਗ ਕੀਤਾ, ਮੈਂ ਬਹੁਤ ਵੱਡਾ ਤਿਆਗੀ। ਇਹ ਅਭਿਮਾਨ ਨਹੀਂ ਜਾਂਦਾ। आज का पावन हुक्म है, जब हम होते तब तू नाही, अब तू ही मैं नाही, अनल अगम जैसे लहर में उदत जल केवल जलमाई। जिथे होमै है अपनंत है, उथे वो नहीं है। जब हम होते तब तू नाही, अब तू ही मैं नाही। जिथे वो है उथे साडी अपनी कोई हस्ती नहीं, अपनंत कुछ नहीं रहिंदी, उथे सब कुछ उहदा हो जाता। तेरा तुझको सौंपते क्या लागा, मेरी वाली अवस्था बन जाती है। इसलिए एक किंगरी वजाउणी है तो ऐसी किंगरी वजा जिदे नाल अनहद नाद पैदा होवे ते तेरी सुरत परमात्मा नाल जुड़ जाए। इसलिए ऐसा जोग ओही
जोग कमाउंदा है जिहड़ा उहदे हुक्म नूं समझदा। हुक्म बुझै तां जोगी कहीए, जिहड़ा उहदे हुक्म नूं बुझ लैंदा है ना उही जोगी कहा जा सकदा। हुक्म बुझै तां जोगी कहीए, ਉਹਨੂੰ जोगी कहा जा सकदा। एक स्यों लिवलाई क्योंकि उन्हें एक नाल सुरत जोड़ लई, हुक्म नूं बुझिया एक नाल सुरत जोड़ लई, ਉਹੀ सच्चा जोगी कहा जा सकदा। ਉਹੀ सच की प्राप्ति करता है। वो इस जन्म नूं जित के जाता है, वो ये बाजी जित के जाता है, उहदे दर ते कबूल पैंदा है। जोगी बनना तो ऐसा जोगी बन। अगे सतगुरु किरपा करते ने कि दो तुंबे हुंदे ने ना, ਉਹਦੇ ਵਿੱਚ एक डंडी लाई हुंदी है जिन्हों वो सिंगी कहते हैं, बीणा कहते हैं। दोए पासे तुंबे लगे हुंदे ने। कहन लगे इस तरह भाओ भाओ दोए पत लाए जोगी, ये शरीर कर डंडी। परमात्मा दा अंदर डर ते परमात्मा दा प्यार दोनों नूं अपने शरीर नूं डंडी बना। परमात्मा दे प्यार नूं एक पासे तुंबा बना, एक पासे परमात्मा दे डर अदब वाले डर नूं तुंबा बना। ते फिर की होएगा? गुरमुख होए तां तंती वाजै। जे गुरु दे अनुसार तू जीवन जिया, गुरु दे सन्मुख होके जीवन जिया, गुरु दे राही नाम जपया, ते फिर असल विच तेरी तंती वज पैगी। वो अनाहत तंती जिहदे बारे धन गुरु अमरदास पातशाह किरपा कर रहे हैं, वो तंती वज पैगी। ते फिर की होएगा? यह बिद तृष्णा खंडी, जिहड़ी अंदर तेरे तृष्णा हजे भी तेनू चिंबड़ी हुई है ना, ਇਹਦਾ नाश हो जाएगा, ये मिट जाएगी, ये अंदरों खत्म हो जाएगी। इसलिए ये जोग ना होवे जोगी, ਇਹਨੂੰ जोग नहीं कहिंदे। तन उत्ते पाटे कपड़े पैर लै, हथ विच कप्पर पड़ लिया, घर घर मंगण तुरदा रहा, हर एक घर तो ग्रास मंग के खाधी, जटा वधा लईआं, किंगरी वजा लई, अलख निरंजन कह लिया, ते इहदे नाल प्राप्ति हो जाए। कहन लगे इहनूं जोगी नहीं कहिंदे। जां कुटुंब छोड़ पर भवन करें, अपना घर बार छड्ड के अपनी जिम्मेवारियां तो मुनकर होके, अपदा का मारिया ग्रह ते नसता, पूर ताप गहेरी के बसता, अपदा का मारिया ग्रह ते नसता। अपनी जिम्मेवारियां निभा नहीं पाता, परिवार दी जिम्मेवारियां नहीं निभा पाता, ते घर छड्ड छड़ा के दौड़ जाता, कहंदा मैं सन्यासी हो गया। कहंदे अपदा का मारिया ग्रह ते नसता। अपनी जिम्मेवारियां नूं अपदा जान के घरों भज्या होया तू सोचदा ये मैं धर्म का कर्म कर रहा। रब ने तेनों परिवार दिता, उहदी पालना भी तेरी जिम्मेवारी है। अपने बच्चों नूं चंगी शिक्षा देनी, उन्हां दी चंगी परवरिश करनी, ये तेरी जिम्मेवारी है। अपने माता पिता की सेवा करनी, ये भी तेरी जिम्मेवारी है। अगर इन्हों सुचज्जे ढंग नाल निभाया, उहदे निर्मल भाव भाणे भी जीवन बतीत किया, तो उहदे दर ते प्रवान पैगा। यही तेरा सब तो वड्डा भ्रमण होएगा सृष्टि का। कहन लगे उहनूं कहंदे जोगी, जिहड़ा अपनी जिम्मेवारी नूं समझे। ग्रह शरीर में हर हर नाम, गुर प्रसाद अपना हर प्रभ लेहो। अपना प्रभु गुरु की मत लैके, गुरु की कृपा द्वारा प्राप्त होंदा। परमात्मा कृपा करदा, गुरु मिलाउंदा, गुरु कृपा करदा, परमात्मा विच अभेद करदा। कहन लगे जेड़ा गुरु दे सन्मुख होके जीवन जिउंदा है, वो है असल जोगी। वो उहदे दर ते कबूल पै जांदा है, क्योंकि गुरु की रहमत प्राप्त करके उसने सच्चे प्रभु नूं लोड़ लिया है, लभ लिया है।
ਲੱਭਿਆ ਕਿੱਥੋਂ? ਆਪਣੇ ਸਰੀਰ ਦੇ ਅੰਦਰੋਂ ਹੀ। ਆਪਣੇ ਸਰੀਰ ਦੀ ਭਾਵ ਆਪਣੀ ਖੁਦ ਦੀ ਉਹਨੇ ਸਵੈ ਪੜਚੋਲ ਕੀਤੀ। ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨਿਮਖ ਨਿਮਖ ਨਮਸਕਾਰਾ। ਦਿਖਿਆ ਗੁਰ ਕੀ ਮੁੰਦਰਾ ਕਾਨੀ, ਗੁਰੂ ਦੀ ਸਿੱਖਿਆ ਆਪਣੇ ਕੰਨਾਂ ਦੀ ਮੁੰਦਰਾ ਬਣਾਏ। ਗੁਰੂ ਦੀ ਦਿਖਿਆ, ਗੁਰ ਕੀ, ਗੁਰੂ ਦੀ ਦਿਖਿਆ ਗੁਰ ਕੀ ਮੁੰਦਰਾ ਕਾਨੀ, ਦੇੜਿਓ ਏਕ ਓੰਕਾਰਾ। ਜਦੋਂ ਮੁੰਦਰਾ ਕੰਨ ਦੀਆਂ ਮੁੰਦਰਾ ਗੁਰੂ ਦੀ ਸਿੱਖਿਆ ਬਣਾ ਲਈ ਤੇ ਕੰਨ ਵਿੱਚ ਗੁਰੂ ਨੇ ਕੀ ਬੋਲ ਪਾਏ? ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਹ ਇੱਕ ਸਾਹਿਬ, ਇੱਕ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਚਲਾਉਣ ਵਾਲਾ, ਲੈ ਕਰਨ ਵਾਲਾ, ਉਹ ਇੱਕ ਓੰਕਾਰ ਪਰਮਾਤਮਾ ਅੰਦਰ ਦ੍ਰਿੜ ਕਰਵਾ ਦਿੱਤਾ। ਪੰਜ ਚੇਲੇ ਮਿਲ ਭੈ ਇਕੱਤਰਾ, ਏਕ ਸਕੈ ਵਸ ਕੀਏ। ਪੰਜ ਚੇਲੇ ਜਿਹੜੇ ਗਿਆਨ ਇੰਦਰੇ ਨੇ, ਇਹ ਗਿਆਨ ਇੰਦਰੇ ਵਸ ਵਿੱਚ ਆ ਗਏ, ਕਿਉਂਕਿ ਮਨ ਸਾਧ ਲਿਆ ਨਾ, ਮਨ ਨੂੰ ਦ੍ਰਿੜ ਕਰਕੇ ਉਹਦਾ ਆਸਣ ਕੀਤਾ ਤੇ ਇਹ ਫਿਰ ਪੰਜ ਗਿਆਨ ਇੰਦਰੇ ਕਾਬੂ ਆ ਗਏ। ਪੰਜ ਚੇਲੇ ਮਿਲ ਭੈ ਇਕੱਤਰਾ, ਏਕ ਸਕੈ ਵਸ ਕੀਏ, ਇੱਕ ਦੇ ਵਸ ਹੋ ਗਏ। 10 ਬੈਰਾਗਣ, 10 ਬੈਰਾਗਣ ਆਗਿਆਕਾਰੀ। ਉਹ 10 ਬੈਰਾਗਣ ਜਿਹੜੀਆਂ ਨੇ, ਭਾਵ ਇਹ ਗਿਆਨ ਇੰਦਰੇ, ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਇਹ ਮਿਲ ਕੇ 10 ਬੈਰਾਗਣ ਬਣ ਗਏ। ਤੇ ਇਸ ਤਰ੍ਹਾਂ ਤਬ ਨਿਰਮਲ ਜੋਗੀ ਥੀਏ, ਤਾਂ ਫਿਰ ਜੋਗੀ ਨਿਰਮਲ ਬਣਿਆ ਜਾਂਦਾ ਹੈ। ਨਿਰਮਲ ਜੋਗੀ, ਮੈਲ ਰਹਿਤ ਜੋਗੀ, ਉਸ ਨਾਲ ਜੁੜਿਆ ਹੋਇਆ ਪਰਮਾਤਮਾ ਦਾ ਆਰੂਪ ਤਾਂ ਹੀ ਬਣਿਆ ਜਾਏਗਾ ਨਾ ਜੇ ਨਿਰਮਲ ਹੋਏਗਾ। ਜੇ ਅੰਦਰ ਮੈਲ ਹੋਈ, ਕਿਉਂਕਿ ਅੰਦਰ ਸਹਿਸਾ ਹੈ ਤੇ ਮੈਲ ਵੀ ਹੈ। ਸਹਿਸਾ ਟੂਟੈ ਨਿਰਮਲ ਹੋਵੇ, ਅੰਦਰ ਦਾ ਸਹਿਸਾ ਮੁੱਕ ਜਾਏਗਾ, ਤੂੰ ਨਿਰਮਲ ਹੋ ਜਾਏਗਾ ਤੇ ਫਿਰ ਉਹਦੇ ਦਰ ਤੇ ਪ੍ਰਵਾਨ ਪੈ ਜਾਏਗਾ। ਭਰਮ ਜਰਾਏ ਚਰਾਈ ਵਿਭੂਤਾ, ਖਿੰਥਾ ਏਕ ਕਰ ਪੇਖਿਆ। ਆਪਣੇ ਭਰਮ ਨੂੰ, ਆਪਣੇ ਸੈਂਸੇ ਨੂੰ ਸਾੜ ਕੇ ਉਹਦੀ ਵਿਭੂਤ ਬਣਾਏ। ਭਰਮ ਜਰਾਏ ਚਰਾਈ ਵਿਭੂਤਾ, ਭਰਮ ਨੂੰ ਸਾੜ ਕੇ ਉਹਨੂੰ ਵਿਭੂਤੀ ਬਣਾਇਆ। ਤਾਂ ਪੰਥ ਏਕ ਕਰ ਪੇਖਿਆ, ਕੇਵਲ ਇੱਕ ਮਾਰਗ ਨੂੰ, ਇੱਕ ਪੰਥ ਨੂੰ ਚੁਣਿਆ। ਉਹਨੇ ਵੱਖ-ਵੱਖ 12 ਪੰਥ ਨਹੀਂ ਬਣਾਏ। ਸਹਿਜ ਸੂਖ ਸੋ ਕੀਨੀ ਭੁਗਤਾ, ਜੋ ਠਾਕੁਰ ਮਸਤਕ ਲੇਖਿਆ। ਭੁਗਤਾ ਆਪਣੀ ਖੁਰਾਕ, ਚੂਰਮਾ ਕਿਹਨੂੰ ਬਣਾਇਆ? ਸਹਿਜ ਨੂੰ, ਅੰਦਰ ਦੇ ਸੰਤੋਖ ਨੂੰ, ਉਹਨੂੰ ਭੁਗਤਾ ਬਣਾ ਲਿਆ। ਕਿਉਂਕਿ ਠਾਕੁਰ ਨੇ ਮੇਰੇ ਮਸਤਕ ਵਿੱਚ ਇਹ ਲਿਖ ਦਿੱਤਾ ਸੀ, ਸੱਚ ਦਾ ਭੋਜਨ। ਜੈ ਭਉ ਨਹੀਂ ਤਾਂ ਆਸਨ ਬੰਨ੍ਹਿਓ, ਜਿੱਥੇ ਡਰ ਨਹੀਂ ਕੋਈ ਵਿਆਪਦਾ, ਮੈਂ ਉੱਥੇ ਆਸਨ ਬੰਨ ਲਿਆ ਹੈ। ਨਾਨਕ ਬੱਧਾ ਧਰਤ ਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਹੁਣ ਉਸ ਅਵਸਥਾ ਤੇ ਗੱਲ ਪਹੁੰਚ ਗਈ। ਹੁਣ ਆਸਨ ਉਹ ਬਣ ਗਿਆ। ਸਿੰਘੀ ਅਨਹਦ ਬਾਨੀ, ਹੁਣ ਸਿੰਘੀ ਵਜਾਣੀ ਨਹੀਂ ਪੈਂਦੀ, ਅਨਹਦ ਨਾਦ ਵੱਜਦਾ। ਜਿਤ ਕਿੰਗਰੀ ਅਨਹਦ ਵਾਜੈ, ਹਰ ਸਿਉ ਰਹਿ ਲਿਵ ਲਾਏ, ਉਹ ਕਿੰਗਰੀ ਵੱਜਣ ਲੱਗ ਪਈ। ਹੁਣ ਤਤ ਵਿਚਾਰ ਡੰਡਾ ਕਰ ਰਾਖਿਓ, ਸੱਚ ਦੇ ਵਿਚਾਰ ਦਾ ਡੰਡਾ ਆਪਣੇ ਹੱਥ ਵਿੱਚ ਰੱਖਿਆ। ਤੇ ਇਸ ਤਰੀਕੇ ਨਾਲ ਜੁਗਤ ਨਾਮ ਮਨ ਭਾਨੀ, ਹੁਣ ਉਹ ਪ੍ਰਭੂ ਦੀ ਇਹ ਦਿਸਤੀ ਹੋਈ ਜੁਗਤ ਪਰਮਾਤਮਾ ਨਾਲ ਜੁੜਨ ਦੀ ਮਿੱਠੀ ਲੱਗ ਪਈ। ਐਸਾ ਜੋਗੀ ਵਡਭਾਗੀ ਭੇਟੈ, ਮਾਇਆ ਕੇ ਬੰਧਨ ਕੱਟ। ਐਸਾ ਜੋਗੀ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਹੜਾ ਆਪ ਬੰਧਨਾਂ ਤੋਂ ਮੁਕਤ ਹੁੰਦਾ ਹੈ ਤੇ ਸਾਨੂੰ ਵੀ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ। ਜਿਹੜੇ ਆਪ ਬੰਧਨਾਂ ਵਿੱਚ ਪਏ ਹੋਏ ਨੇ, ਜਿਹੜੇ ਆਪ ਨਸ਼ਿਆਂ ਦਾ ਸੇਵਨ ਕਰਦੇ ਨੇ, ਜਿਹੜੇ ਆਪ ਕੁਕਰਮ ਕਰਦੇ ਨੇ, ਜਿਨ੍ਹਾਂ ਨੇ ਕੇਵਲ ਭੇਖ ਧਾਰਨ ਕੀਤਾ ਹੋਇਆ, ਉਹ ਤਾਰ ਨਹੀਂ ਸਕਦੇ।
ਜਿਹੜਾ ਤਰਿਆ ਹੋਇਆ ਉਹੀ ਤਾਰ ਸਕਦਾ, ਜਿਨੇ ਆਪ ਜਪਿਆ ਉਹੀ ਕਿਸੇ ਨੂੰ ਜਪਾ ਸਕਦਾ। ਐਸਾ ਜੋਗੀ ਵਡਭਾਗੀ ਭੇਟੈ, ਮਾਇਆ ਕੇ ਬੰਧਨ ਕਾਟੈ। ਵੱਡੇ ਭਾਗਾਂ ਨਾਲ ਐਸਾ ਜੋਗੀ ਮਿਲਦਾ ਹੈ, ਆਪ ਮੁਕਤ ਹੁੰਦਾ ਹੈ ਤੇ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਮੁਕਤ ਕਰ ਦਿੰਦਾ ਹੈ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਉਸ ਹਸਤੀ, ਮੂਰਤ ਕਹਿੰਦੇ ਭਾਵ ਉਸ ਹਸਤੀ, ਮੈਂ ਐਸੀ ਹਸਤੀ ਦੀ ਪੂਜਾ ਕਰਾਂ, ਸੇਵਾ ਕਰਾਂ। ਨਾਨਕ ਤਿਸ ਪਗ ਚਾਟੈ, ਮੈਂ ਉਹਨਾਂ ਦੇ ਪੈਰ ਚੁੰਮਾਂ ਜਿਨ੍ਹਾਂ ਦਾ ਇਹੋ ਜਿਹਾ ਜੀਵਨ ਹੈ, ਜਿਹੜੇ ਇਸ ਤਰ੍ਹਾਂ ਵਿਕਾਰਾਂ ਤੋਂ ਮੁਕਤ ਇਸ ਕਾਇਆ ਨੂੰ ਕੁਆਰੀ ਕਰਕੇ ਇਸ ਜਗਤ ਤੋਂ ਲੈ ਕੇ ਗਏ। ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਐਸੇ ਪ੍ਰਾਣੀ, ਐਸੇ ਗੁਰਮੁਖ ਜਨ, ਐਸੇ ਭਗਤ ਜਨ, ਉਹਨਾਂ ਤੋਂ ਆਪਾ ਵਾਰਦਿਆਂ, ਉਹਨਾਂ ਦੀ ਸੇਵਾ ਕਰਾਂ। ਐਸੀ ਹਸਤੀ ਦੇ ਪੈਰ ਚੁੰਮਾਂ ਜਿਹੜਾ ਆਪ ਜੁੜਿਆ ਹੋਰਨਾਂ ਨੂੰ ਵੀ ਜੋੜਦਾ, ਜਿਹੜਾ ਆਪ ਜੁੜਿਆ ਹੋਵੇ ਕਿਸੇ ਹੋਰਨਾਂ ਨੂੰ ਜੋੜੇ। ਐਸੇ ਗੁਰਮੁਖ ਜਨ ਦੀ ਸ਼ਰਨ ਵਿੱਚ ਪਾਓ, ਐਸੇ ਗੁਰਮੁਖ ਜਨ ਦਾ ਸੰਗ ਕਰੋ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਸਤਿਗੁਰ ਕਿਰਪਾ ਕਰੇ, ਸਤਿਗੁਰ ਦਾ ਇੱਕ ਇੱਕ ਬਚਨ